ਵਾਹਿਗੁਰੂ ਸਾਹਿਬ ਜੀਓ। ਮਾਝ ਮਹੱਲਾ ਪੰਜਵਾਂ। ਦਿਨ ਰੈਣ ਇੱਕ ਓੰਕਾਰ, ਸਤਿਗੁਰ ਪ੍ਰਸਾਦ। ਸੇਵੀ ਸਤਿਗੁਰ ਆਪਣਾ, ਹਰ ਸਿਮਰੀ ਦਿਨ ਸਭ ਰਹਿਣ। ਆਪ ਤਿਆਗ ਸ਼ਰਣੀ ਪਵਾਂ, ਮੁਖ ਬੋਲੀ ਮਿਠੜੇ ਵੈਣ। ਸੇਵੀ ਸਤਿਗੁਰ ਆਪਣਾ, ਹਰ ਸਿਮਰੀ ਦਿਨ ਸਭ ਰਹਿਣ। ਆਪ ਤਿਆਗ ਸ਼ਰਣੀ ਪਵਾਂ, ਮੁਖ ਬੋਲੀ ਮਿਠੜੇ ਵੈਣ। ਜਨਮ ਜਨਮ ਕਾ ਵਿਛੜਿਆ, ਹਰ ਮੇਲਹੁ ਸਜਣ ਸੈਣ। ਜੋ ਜੀ ਹਰ ਤੇ ਵਿਛੜੇ, ਸੇ ਸੁਖ ਨ ਵਸਨ ਭੈਣ। ਹਰ ਪਿਰ ਬਿਨ ਚੈਨ ਨਾ ਪਾਈਐ, ਖੋਜ ਡਿਠੇ ਸਭ ਗੈਣ। ਆਪ ਕਮਾਣੇ ਵਿਛੜੀ, ਦੋਸ ਨਾ ਕਾਹੂ ਦੇਣ। ਕਰ ਕਿਰਪਾ ਪ੍ਰਭ ਰਾਖ ਲਿਹੋ, ਹੋਰ ਨਾਹੀ ਕਰਣ ਕਰੇਣ। ਹਰ ਤੁਧ ਵਿਣ ਖਾਕੂ ਰੂਲੜਾ, ਕਹੀਐ ਕਿਥੈ ਵੈਣ। ਨਾਨਕ ਕੀ ਬੇਨੰਤੀਆਂ, ਹਰ ਸੁਰਜਨ ਦੇਖਾ ਨੈਣ। ਹਰ ਤੁਧ ਵਿਣ ਖਾਕੂ ਰੂਲਣਾ, ਕਹੀਐ ਕਿਥੈ ਵੈਣ। ਨਾਨਕ ਕੀ ਬੇਨੰਤੀਆਂ, ਹਰ ਸੁਰਜਨ ਦੇਖਾ ਨੈਣ। ਸੇਵੀ ਸਤਿਗੁਰ ਆਪਣਾ, ਹਰ ਸਿਮਰੀ ਦਿਨ ਸਭ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤ ਸੰਗਤ ਜੀਓ। ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਜਿੱਥੇ ਆ ਪਾਵਨ 10 ਗੁਰੂ ਸਰੂਪ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸੁਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਬਾਣੀ ਉਚਾਰਨ ਕੀਤੀ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਮਹਾਨ ਪਰਉਪਕਾਰੀ ਸਤਿਗੁਰੂ ਧਰਨ ਗਗਨ ਨਵਖੰਡ ਮਹਿ, ਜੋਤ ਸਵੈ ਰੂਪੀ ਰਹਿਓ ਪਰ, ਪਣ ਮਥਰਾ ਕਛ ਭੇਦ ਨਹੀਂ। ਗੁਰ ਅਰਜਨ ਪ੍ਰਤੱਖ ਹਰ, ਉਸ ਪ੍ਰਤੱਖ ਹਰ, ਉਸ ਅਕਾਲ ਪੁਰਖ ਵਾਹਿਗੁਰੂ ਦਾ ਜਾਰਾ ਸਰੂਪ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਕਲਯੁਗੀ ਜੀਵਾਂ ਤੇ ਮਹਾਨ ਪਰਉਪਕਾਰ ਕੀਤਾ ਹੈ। ਅੰਮ੍ਰਿਤ ਬਾਣੀ ਦੀ ਦਾਤ, ਇੱਕ ਐਸੀ ਅਮੋਲਕ ਦਾਤ ਸਾਨੂੰ ਬਖਸ਼ਿਸ਼ ਕੀਤੀ ਹੈ, ਜਿਹਦੇ ਨਾਲ ਸਾਰੇ ਸੰਸਾਰ ਨੂੰ ਵੀ ਸ਼ਾਂਤੀ ਪ੍ਰਾਪਤ ਹੋ ਸਕਦੀ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ,
ਸਤਿਗੁਰ ਕਾ ਦਰਸ਼ਨ ਪਾਏ ਜੀਓ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਿੱਥੇ ਸਤਿਗੁਰੂ ਸਾਹਿਬਾਨ ਦੀ ਬਾਣੀ ਹੋਰ ਭਗਤਾਂ ਭੱਟਾਂ ਮਹਾਂਪੁਰਖਾਂ ਦੀ ਬਾਣੀ ਲਿਖਵਾਈ, ਉਥੇ ਆਪ ਵੀ ਬੇਅੰਤ ਬਾਣੀ ਉਚਾਰਨ ਕੀਤੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਕੁਝ ਵਿਸ਼ੇਸ਼ ਬਾਣੀਆਂ ਵੀ ਉਚਾਰਨ ਕੀਤੀਆਂ, ਜਿਵੇਂ ਕਿ 12 ਮਾਹਾਂ ਦੀ ਕਥਾ ਆਪ ਸੰਗਤਾਂ ਸਰਵਣ ਕਰ ਚੁੱਕੇ ਹੋ। ਇਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਵਿਸ਼ੇਸ਼ ਬਾਣੀ ਹੈ। ਇਸ ਤੋਂ ਇਲਾਵਾ ਜੋ ਹੁਣ ਅੱਗੇ ਬਾਣੀ ਆਰੰਭ ਹੋ ਰਹੀ ਹੈ, ਜਿਸ ਦਾ ਸਿਰਲੇਖ ਸਤਿਗੁਰੂ ਨੇ ਦਿਨ ਰੈਣ ਲਿਖਿਆ ਹੈ, ਇਹ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਹੀ ਰਚਨਾ ਹੈ। ਜਦੋਂ ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਪਵਿੱਤਰ 12 ਮਾਹਾਂ ਬਾਣੀ ਉਚਾਰਨ ਕੀਤੀ, ਤਾਂ ਉਸ ਵੇਲੇ ਗੁਰਸਿੱਖਾਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਐ ਗਰੀਬ ਨਵਾਜ ਸਤਿਗੁਰੂ ਜੀਓ, ਤੁਸਾਂ 12 ਮਹੀਨਿਆਂ ਦੁਆਰਾ 12 ਮਾਹਾਂ ਬਾਣੀ ਵਿੱਚ ਉਪਦੇਸ਼ ਬਖਸ਼ਿਸ਼ ਕੀਤੇ ਹਨ, ਪਰ ਹਰ ਮਹੀਨੇ ਦੇ ਲਗਭਗ 30 ਦਿਨ ਹੁੰਦੇ ਹਨ ਤੇ ਸਾਲ ਦੇ 365 ਦਿਨ ਮੰਨੇ ਹਨ। ਮਹਾਰਾਜ ਸਾਨੂੰ ਇਹ ਵੀ ਕਿਰਪਾ ਕਰਕੇ ਦੱਸੋ, ਦਿਨ ਤੇ ਰਾਤ ਦਾ ਸਮਾਂ ਜੋ ਅਕਾਲ ਪੁਰਖ ਨੇ ਸਾਡੇ ਲਈ ਬਣਾਇਆ ਹੈ, ਇਹਦੇ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਹੈ। ਹੁਣ ਦਿਨ ਰੈਣ ਇਸ ਬਾਣੀ ਦੇ ਅੰਦਰ ਦਿਨ ਵੇਲੇ ਤੇ ਰਾਤ ਵੇਲੇ ਸਾਨੂੰ ਕੀ ਕਰਨਾ ਚਾਹੀਦਾ ਹੈ, ਇਹਦੇ ਬਾਰੇ ਗੁਰੂ ਮਹਾਰਾਜ ਨੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਹਨ। ਮਾਝ ਮਹੱਲਾ ਪੰਜਵਾਂ ਦਿਨ ਰੈਣ। ਮਾਝ ਰਾਗ ਦੇ ਅੰਦਰ ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ 12 ਮਾਹਾਂ ਵਾਂਗ ਦਿਨ ਰੈਣ ਇਹ ਪਵਿੱਤਰ ਬਾਣੀ ਉਚਾਰਨ ਕਰ ਰਹੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਰੰਭ ਦੇ ਵਿੱਚ ਸਤਿਗੁਰੂ ਨੇ ਮੰਗਲਾਚਰਨ ਲਿਖਿਆ ਹੈ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ, ਗੁਰ ਪ੍ਰਸਾਦ। ਗੁਰੂ ਦੀ ਕਿਰਪਾ ਨਾਲ ਉਹ ਮਿਲਦਾ ਹੈ ਤੇ ਗੁਰੂ ਦੀ ਕਿਰਪਾ ਗੁਰੂ ਦੀ ਆਗਿਆ ਮੰਨਣ ਦੇ ਨਾਲ, ਗੁਰੂ ਦਾ ਹੁਕਮ ਮੰਨਣ ਦੇ ਨਾਲ ਹੁੰਦੀ ਹੈ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਹੁਣ ਸਾਨੂੰ ਇਹ ਵੀ ਉਪਦੇਸ਼ ਦਿਓ, ਦਿਨ ਤੇ ਰਾਤ ਦੇ ਸਮੇਂ ਦੇ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਹੈ। ਲਓ ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸਰੀ ਰੂਪਕ ਅਲੰਕਾਰ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਪਤੀ, ਸਤਿਗੁਰੂ ਨੂੰ ਦਰਗਾਹੀ ਵਿਚੋਲਾ ਤੇ ਹੋਰ ਜਿਹੜੇ ਗੁਰਮੁਖ ਸੰਤ ਭਗਤ ਗੁਰਸਿੱਖ ਮਹਾਂਪੁਰਖ ਨੇ, ਉਹਨਾਂ ਨੂੰ ਰੱਬ ਦੀਆਂ ਸੁਹਾਗਣਾਂ ਦੱਸ ਕੇ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਪਵਿੱਤਰ ਬਾਣੀ ਦੀ ਵਿਚਾਰ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਝ ਮਹੱਲਾ ਪੰਜਵਾਂ ਦਿਨ ਰੈਣ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੇਵੀ ਸਤਿਗੁਰ ਆਪਣਾ, ਹਰ ਸਿਮਰੀ ਦਿਨ ਸਭ ਰਹਿਣ। ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਤੁਸਾਂ ਪੁੱਛਿਆ ਸੀ ਦਿਨ ਵੇਲੇ ਕੀ ਕਰਨਾ ਚਾਹੀਦਾ ਹੈ ਤੇ ਰਾਤ ਵੇਲੇ ਕੀ ਕਰਨਾ ਚਾਹੀਦਾ ਹੈ। ਹਜ਼ੂਰ ਕਹਿੰਦੇ ਨੇ ਦਿਨ ਹੋਵੇ ਚਾਹੇ ਰਾਤ ਹੋਵੇ, ਸੇਵੀ ਸਤਿਗੁਰ ਆਪਣਾ। ਬਈ ਅਸੀਂ ਤੇ ਆਪਣੇ ਸਤਿਗੁਰੂ ਨੂੰ ਸੇਵਦੇ ਹਾਂ, ਭਾਵ ਦਿਨ ਰਾਤ ਦੀ ਕੋਈ ਵਿਚਾਰ ਨਹੀਂ ਕਰਨੀ।
ਸਮਾਂ ਚਾਹੇ ਦਿਨ ਦਾ ਹੋਵੇ ਚਾਹੇ ਰਾਤ ਦਾ ਹੋਵੇ, ਹਰ ਗੁਰਸਿੱਖ ਮਾਈ ਭਾਈ ਨੂੰ ਆਪਣੇ ਸਤਿਗੁਰੂ ਦੀ ਸੇਵਾ ਕਰਨੀ ਚਾਹੀਦੀ ਹੈ। ਤੇ ਅਸੀਂ ਆਪਣੇ ਸਤਿਗੁਰੂ ਦੀ ਸੇਵਾ ਕਰ ਰਹੇ ਹਾਂ। ਹਰ ਸਿਮਰੀ ਦਿਨ ਸਭ ਰਹਿਣ, ਤੇ ਨਾਲ ਹੀ ਸਾਰੇ ਹੀ ਦਿਨ ਤੇ ਰਹਿਣ ਰਾਤਾਂ ਦੇ ਅੰਦਰ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਵੀ ਕਰ ਰਹੇ ਹਾਂ। ਸੇਵਾ ਸਤਿਗੁਰੂ ਦੀ ਕਰ ਰਹੇ ਹਾਂ ਤੇ ਸਿਮਰਨ ਅਕਾਲ ਪੁਰਖ ਦਾ ਕਰ ਰਹੇ ਹਾਂ। ਆਪ ਤਿਆਗ ਸ਼ਰਣੀ ਪਵਾਂ, ਮੁਖ ਬੋਲੀ ਮਿਠੜੇ ਵੈਣ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਿ ਆਪਾ ਭਾਵ ਹੰਕਾਰ ਛੱਡ ਕੇ ਮੈਂ ਸਤਿਗੁਰੂ ਦੇ ਚਰਨੀ ਪੈ ਜਾਵਾਂ, ਤੇ ਨਾਲ ਹੀ ਮੁਖ ਬੋਲੀ ਮਿਠੜੇ ਵੈਣ, ਤੇ ਆਪਣੇ ਮੁਖ ਤੋਂ, ਆਪਣੇ ਮੁਖ ਦੁਆਰਾ ਬਹੁਤ ਮਿੱਠੇ, ਬਹੁਤ ਮਧੁਰ ਤੇ ਬਹੁਤ ਪਿਆਰੇ ਬਚਨ ਬੋਲਾਂ। ਕਿਉਂਕਿ ਜਦੋਂ ਵੀ ਆਪਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਜਾਣਾ ਹੈ, ਸਭ ਤੋਂ ਪਹਿਲਾਂ ਸਤਿਗੁਰੂ ਦੇ ਚਰਨਾਂ ਵਿੱਚ ਨਮਸਕਾਰ ਕਰਨੀ ਹੈ, ਤੇ ਫਿਰ ਸਤਿਗੁਰੂ ਮਹਾਰਾਜ ਦੇ ਸਨਮੁਖ ਖਲੋ ਕੇ ਜਿਹੜੇ ਮਿੱਠੇ ਸ਼ਬਦ ਨੇ ਅਰਦਾਸ ਦੇ, ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੈ ਅਮਰਦਾਸ ਰਾਮਦਾਸੈ ਹੋਈ ਸਹਾਏ। ਇਸ ਤਰ੍ਹਾਂ ਬੜੇ ਮਿੱਠੇ ਪਿਆਰੇ ਸਤਿਕਾਰ ਦੇ ਬਚਨ ਬੋਲ ਕੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨੀ ਹੈ। ਜਨਮ ਜਨਮ ਕਾ ਵਿਛੜਿਆ, ਹਰ ਮੇਲਹੁ ਸੱਜਣ ਸੈਣ। ਤੇ ਕਿਵੇਂ ਬੇਨਤੀ ਕਰਨੀ ਹੈ ਸਤਿਗੁਰੂ ਦੇ ਚਰਨਾਂ ਦੇ ਵਿੱਚ? ਜਨਮ ਜਨਮ ਕਾ ਵਿਛੜਿਆ, ਉਹ ਸੱਜਣ ਪਤੀ ਪਰਮੇਸ਼ਰ ਜਨਮਾਂ ਜਨਮਾਂ ਦਾ ਵਿਛੜਿਆ ਹੋਇਆ ਹੈ। ਹਰ ਮੇਲਹੁ ਸੱਜਣ ਸੈਣ, ਉਹ ਅਕਾਲ ਪੁਰਖ ਵਾਹਿਗੁਰੂ ਸਾਡਾ ਸੱਜਣ ਦਾ ਅਰਥ ਲੋਕ ਪਰਲੋਕ ਦਾ ਸਹਾਈ ਹੈ, ਤੇ ਸੈਣ ਦਾ ਅਰਥ ਉਹ ਸਾਡਾ ਸੰਬੰਧੀ ਵੀ ਹੈ। ਉਹਦੇ ਨਾਲ ਮੇਲ ਦੇਵੋ, ਕਿਉਂਕਿ ਉਹ ਜਨਮਾਂ ਜਨਮਾਂ ਦਾ ਵਿਛੜਿਆ ਹੋਇਆ ਹੈ। ਪਤਾ ਨਹੀਂ ਕਿੰਨੇ ਜਨਮਾਂ ਤੋਂ ਅਸੀਂ ਭਟਕਦੇ ਆ ਰਹੇ ਹਾਂ। ਪਸ਼ੂ ਪੰਖੀ ਸੈਲ ਤਰਵਰ ਗਣਤ ਕਛੂ ਨ ਆਵੇ, ਬੀਜ ਬੋਵਸ ਭੋਗ ਭੋਗੈ ਹੈ, ਕੀਆ ਆਪਣਾ ਪਾਵਹਿ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਰਿੰਗ ਕਾਲ ਇਹ ਦੇ ਸੰਜਰੀਆ। ਸਾਹਿਬ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰੋ, ਮਹਾਰਾਜ ਜੋ ਜਨਮਾਂ ਜਨਮਾਂ ਦਾ ਵਿਛੜਿਆ ਹੋਇਆ ਸਾਡਾ ਸੱਜਣ ਸੱਚਾ ਪਾਤਸ਼ਾਹ, ਤੇ ਸੈਨ ਜੋ ਸਾਡਾ ਜੀਵਨ ਸਾਥੀ ਵੀ ਹੈ, ਉਹਦੇ ਨਾਲ ਮੇਲ ਦੇਵੋ। ਜੋ ਜੀ ਹਰ ਤੇ ਵਿਛੜੇ, ਸੇ ਸੁਖ ਨ ਵਸਨ ਭੈਣ। ਤੇ ਹੁਣ ਨਾਲ ਜਿਹੜੀਆਂ ਹੋਰ ਗੁਰਮੁਖ ਸਖੀਆਂ ਮਹਾਂਪੁਰਖ ਨੇ, ਉਹਨਾਂ ਵੱਲ ਸੰਬੋਧਨ ਕਰਕੇ ਅਗਲੀ ਪੰਕਤੀ ਉਚਾਰਨ ਕੀਤੀ ਹੈ। ਜਿਹੜੇ ਜੀਵ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਵਿਛੜੇ ਹੋਏ ਹਨ, ਸੇ ਸੁਖ ਨਾ ਵਸਨ ਭੈਣ। ਇਹ ਭੈਣੋ, ਉਹ ਕਦੇ ਸੁਖ ਵਿੱਚ ਨਹੀਂ ਵਸਦੇ, ਕਿਉਂਕਿ ਸਤਿਗੁਰੂ ਨੇ ਪਿੱਛੇ 12 ਮਹਾਂਬਾਣੀ ਦੇ ਵਿੱਚ ਦੱਸਿਆ ਸੀ, ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ। ਪਰਮੇਸ਼ਰ ਨੂੰ ਭੁੱਲ ਜਾਣ ਕਰਕੇ ਤੇ ਫਿਰ ਸਾਰੇ ਹੀ ਰੋਗ ਸੋਗ ਆ ਕੇ ਘੇਰ ਲੈਂਦੇ ਨੇ। ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਤੋਖਾ ਕਹਾਂ ਵਿਆਪੈ, ਜਾਂ ਕੋ ਓਟ ਤੁਹਾਰੀ। ਜੋ ਜੀਵ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਵਿਛੜੇ ਹੋਏ ਹਨ, ਭੈਣੋ, ਉਹ ਕਦੇ ਸੁਖ ਵਿੱਚ ਨਹੀਂ ਵਸਦੇ। ਹਰ ਪੇਰ ਬਿਨ ਚੈਨ ਨ ਪਾਈਐ, ਖੋਜ ਡਿਠੇ ਸਭ ਗੈਣ। ਹੁਣ ਗੁਰਮੁਖ ਸਖੀਆਂ ਨੂੰ ਸੰਬੋਧਨ ਕਰਕੇ ਹੀ ਅੱਗੇ ਉਚਾਰਨ ਕਰ ਰਹੇ ਹਨ, ਉਸ ਪਰਮੇਸ਼ਰ ਪਤੀ ਤੋਂ ਬਿਨਾ ਕਿਸੇ ਤਰ੍ਹਾਂ ਵੀ ਜਿਹੜੀ ਚੈਨ ਹੈ, ਆਤਮਕ ਸ਼ਾਂਤੀ, ਉਹ ਨਹੀਂ ਸਾਨੂੰ ਪ੍ਰਾਪਤ ਹੋ ਸਕਦੀ। ਖੋਜ ਡਿਠੇ ਸਭ ਗੈਣ, ਗੈਣ ਦਾ ਅਰਥ ਹੈ ਆਕਾਸ਼। ਆ ਜਿੰਨੇ ਵੀ ਉੱਪਰਲੇ ਮੰਡਲ ਨੇ, ਚਾਹੇ ਇੰਦਰ ਲੋਕ ਹੈ, ਚਾਹੇ ਸ਼ਿਵ ਲੋਕ ਹੈ, ਚਾਹੇ ਵਿਸ਼ਨ ਲੋਕ ਹੈ, ਚਾਹੇ ਬ੍ਰਹਮ ਲੋਕ ਹੈ, ਅਸੀਂ ਸਾਰੇ ਆਕਾਸ਼ ਵੀ ਖੋਜ ਕੇ ਵੇਖ ਲਏ ਨੇ, ਪਰ ਵਾਹਿਗੁਰੂ ਪਤੀ ਤੋਂ ਬਿਨਾ
ਕਿਧਰੇ ਵੀ ਆਤਮਕ ਸ਼ਾਂਤੀ ਸਾਨੂੰ ਨਹੀਂ ਪ੍ਰਾਪਤ ਹੋ ਸਕਦੀ। ਆਪ ਕਮਾਣੇ ਵਿਛੜੀ ਦੋਸ ਨ ਕਾਹੂ ਦੇਣ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਬਈ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਇਹ ਬੇਨਤੀ ਕਰਨੀ ਹੈ, ਜਿਹੜੀਆਂ ਹੋਰ ਗੁਰਮੁਖ ਸਖੀਆਂ ਸਹੇਲੀਆਂ ਨੇ ਉਹਨਾਂ ਦੇ ਅੱਗੇ ਇਹ ਤਰਲਾ ਕਰਨਾ ਹੈ, ਆਪ ਕਮਾਣਾ ਵਿਛੜੀ। ਬਈ ਤੇਰਾ ਵਿਛੋੜਾ ਕਿਵੇਂ ਪਿਆ? ਕੀ ਵਾਹਿਗੁਰੂ ਨੇ ਛੱਡ ਦਿੱਤਾ ਜਾਂ ਤੂੰ ਆਪਣੇ ਆਪ ਹੀ ਵਾਹਿਗੁਰੂ ਨੂੰ ਛੱਡ ਕੇ ਨਿਕਲ ਆਈ? ਤਾਂ ਉਸ ਵੇਲੇ ਇਹ ਬੇਨਤੀ ਕਰਨੀ ਹੈ, ਆਪ ਕਮਾਣਾ ਵਿਛੜੀ। ਬਈ ਮੈਂ ਤੇ ਆਪਣੇ ਹੀ ਕੀਤੇ ਮਾੜੇ ਕਰਮਾਂ ਦਾ ਸਦਕਾ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਵਿਛੜ ਗਈ ਹਾਂ। ਕਿਉਂਕਿ ਸਤਿਗੁਰੂ ਨੇ ਫਰਮਾਇਆ ਹੈ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ। ਜਿਹੜਾ ਮਨੁੱਖ ਮਾੜੇ ਕੰਮ ਕਰਦਾ ਹੈ ਉਹ ਵਾਹਿਗੁਰੂ ਤੋਂ ਆਪਣੇ ਆਪ ਹੀ ਵਿਛੜ ਜਾਂਦਾ ਹੈ, ਦੂਰ ਚਲਿਆ ਜਾਂਦਾ ਹੈ। ਚੰਗੇ ਕੰਮ ਕਰਨ ਵਾਲਾ ਵਾਹਿਗੁਰੂ ਦੇ ਨੇੜੇ ਪਹੁੰਚ ਜਾਂਦਾ ਹੈ। ਆਪ ਕਮਾਣਾ ਵਿਛੜੀ, ਮੈਂ ਆਪ ਹੀ ਆਪਣੇ ਮਾੜੇ ਕਰਮਾਂ ਦਾ ਸਦਕਾ ਉਸ ਅਕਾਲ ਪੁਰਖ ਤੋਂ ਵਿਛੜ ਗਈ ਹਾਂ। ਦੋਸ਼ ਨਾ ਕਾਹੂ ਦੇਣ, ਹੁਣ ਹੋਰ ਕਿਸੇ ਸਿਰ ਦੋਸ਼ ਦੇਣਾ ਯੋਗ ਨਹੀਂ ਹੈ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਚਾਰ ਕੋਣ ਦਹਿ ਦਿਸ ਪ੍ਰਮੇ ਥਕ ਆਏ ਪ੍ਰਭ ਕੀ ਸਾਮ। ਤੇ ਸਗਾਂ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਹੀ ਕਰਨੀਆਂ ਬਣਦੀਆਂ ਹਨ। ਕਰ ਕਿਰਪਾ ਪ੍ਰਭ ਰਾਖ ਲੈ ਹੋ, ਹੋਰ ਨਾਹੀ ਕਰਨ ਕਰੇਣ। ਹੁਣ ਵਾਹਿਗੁਰੂ ਦੇ ਚਰਨਾਂ ਵਿੱਚ ਸਿੱਧੀ ਅਰਦਾਸ ਹੈ, ਹੇ ਵਾਹਿਗੁਰੂ ਜੀ ਤੁਸੀਂ ਸਰਬ ਕਲਾ ਸਮਰੱਥ ਹੋ, ਸਰਬ ਸ਼ਕਤੀਮਾਨ ਹੋ, ਤੇ ਕਿਰਪਾ ਕਰੋ ਮਹਾਰਾਜ ਸਾਨੂੰ ਵੀ ਰੱਖ ਲਓ। ਹੋਰ ਨਾਹੀ ਕਰਨ ਕਰੇਣ, ਤੇ ਮਹਾਰਾਜ ਹੋਰ ਆਪ ਜੀ ਤੋਂ ਬਿਨਾ ਕਰਨ ਕਰਾਉਣ ਵਾਲਾ, ਕਰੇਣ ਦਾ ਅਰਥ ਹੈ ਕਰਾਉਣ ਵਾਲਾ, ਆਪ ਜੀ ਤੋਂ ਬਿਨਾ ਹੋਰ ਕੋਈ ਵੀ ਕਾਰਨ ਕਰਾਉਣ ਵਾਲਾ ਨਹੀਂ ਹੈ। ਹਰ ਤੁਧ ਵਿਣ ਖਾਕੂ ਰੂਲਣਾ, ਕਹੀਐ ਕਿਥੈ ਵੈਣ। ਹੇ ਵਾਹਿਗੁਰੂ ਜੀ ਆਪ ਜੀ ਤੋਂ ਬਿਨਾ ਤੇ ਇਸ ਜੀਵ ਨੂੰ, ਖਾਕੂ ਦਾ ਅਰਥ ਹੈ ਮਿੱਟੀ, ਇਹਨੂੰ ਮਿੱਟੀ ਵਿੱਚ ਹੀ ਧੂੜ ਵਿੱਚ ਹੀ ਰੋਲਣਾ ਪੈਂਦਾ। ਕਹੀਏ ਕਿੱਥੇ ਵੈਣ, ਤੇ ਇਹ ਜਿਹੜੇ ਦੁੱਖ ਦੇ ਬਚਨ ਨੇ, ਦੁੱਖ ਦੀ ਦਾਸਤਾਨ ਹੈ, ਇਹ ਜੋ ਸਾਡੇ ਦਿਲ ਦੀ ਵੇਦਨਾ ਹੈ, ਦੱਸੋ ਹੋਰ ਕਿਸ ਦੇ ਪਾਸ ਜਾ ਕੇ ਦਸੀਏ। ਨਾਨਕ ਕੀ ਬੇਨੰਤੀਆ ਹਰ ਸੁਰਜਨ ਦੇਖਾ ਨੈਣ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਸਾਡੀ ਤੇ ਅਕਾਲ ਪੁਰਖ ਦੇ ਚਰਨਾਂ ਵਿੱਚ ਹੀ ਬੇਨਤੀ ਹੈ। ਨਾਨਕ ਕੀ ਬੇਨੰਤੀਆ, ਬੇਨੰਤੀਆਂ ਬਿੰਦੀ ਨਹੀਂ ਬੋਲਣੀ, ਬਿੰਦੀ ਤੋਂ ਰਹਿਤ ਹੀ ਉਚਾਰਨ ਕਰਨੇ। ਨਾਨਕ ਕੀ ਬੇਨੰਤੀਆ ਇੱਕ ਵਚਨ ਹੈ। ਸਾਡੀ ਅਕਾਲ ਪੁਰਖ ਦੇ ਚਰਨਾਂ ਵਿੱਚ ਹੀ ਇਹ ਬੇਨਤੀ ਹੈ, ਹਰ ਸੁਰਜਨ ਦੇਖਾ ਨੈਣ। ਹੈ ਵਾਹਿਗੁਰੂ ਜੀ ਤੁਸੀਂ ਕਿਰਪਾ ਕਰੋ, ਅਸੀਂ ਆਪਣੇ ਪਤੀ ਪਰਮੇਸ਼ਰ ਨੂੰ, ਜੋ ਹਰ ਸਾਰੇ ਪਾਪਾਂ ਨੂੰ ਨਾਸ਼ ਕਰਨ ਵਾਲਾ ਹੈ ਤੇ ਸੁਰਜਨ ਸਾਰਿਆਂ ਵਿੱਚੋਂ ਸ੍ਰੇਸ਼ਟ ਜਨ ਮਹਾਂਪੁਰਖ ਹੈ, ਅਸੀਂ ਉਹਨੂੰ ਆਪਣੀਆਂ ਅੱਖਾਂ ਦੇ ਨਾਲ ਦੇਖਣਾ ਚਾਹੁੰਦੇ ਹਾਂ। ਜੀ ਕੀ ਬਿਰਥਾ ਸੋ ਸੁਣੇ, ਹਰ ਸਮਰਥ ਪੁਰਖ ਅਪਾਰ। ਹੁਣ ਹੋਰ ਸਖੀਆਂ ਸਹੇਲੀਆਂ ਦੇ ਨਾਲ ਮਿਲ ਕੇ ਇਹ ਵਿਚਾਰਾਂ ਕਰਨੀਆਂ ਹਨ। ਉਸ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ, ਉਹਦੀ ਸਿਫਤ ਸਲਾਹ ਕਰਨੀ ਹੈ। ਉਹ ਕਿਵੇਂ? ਜੀ ਕੀ ਬਿਰਥਾ ਸੋ ਸੁਣੇ, ਹਰ ਸਮਰੱਥ ਪੁਰਖ ਅਪਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਸਰਬ ਕਲਾ ਸਮਰੱਥ ਪੁਰਖ, ਵਿਆਪਕ ਸਰੂਪ ਤੇ ਅਪਾਰ, ਪਾਰਾਵਾਰ ਤੋਂ ਰਹਿਤ ਹੈ। ਜੀ ਕੀ ਬਿਰਥਾ ਸੋ ਸੁਣੇ, ਉਹ ਜੀ ਦਾ ਅਰਥ ਹੈ ਸਾਡੇ ਜੀ ਦੀ, ਸਾਡੀ ਜਿੰਦ ਦੀ, ਸਾਡੇ ਦਿਲ ਦੀ। ਬਿਰਥਾ ਦਾ ਅਰਥ ਹੈ ਹਾਲਤ, ਸਾਡੇ ਦਿਲ ਦੀ ਪੀੜਾ ਨੂੰ ਉਹ ਸੁਣਦਾ ਹੈ, ਹੋਰ ਕੋਈ ਸੁਣਨ ਵਾਲਾ ਨਹੀਂ। ਕਿਉਂਕਿ ਕੁਦਰਤੀ ਗੱਲ ਹੈ, ਜਦੋਂ ਕਿਸੇ ਮਨੁੱਖ ਨੂੰ ਕੋਈ ਦੁੱਖ ਤਕਲੀਫ ਹੋਵੇ ਔਰ ਉਹਦੇ ਪਾਸ ਕੋਈ ਵੀ ਦੁੱਖ ਸੁੱਖ ਸਾਂਝਾ ਕਰਨ ਵਾਸਤੇ ਘੱਟ ਹੀ ਮਿਲਦਾ ਹੈ, ਹਾਂ ਉਸ ਵੇਲੇ ਸਾਨੂੰ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ। ਕਿਉਂਕਿ ਮਨੁੱਖਾਂ ਦੇ ਬਾਰੇ ਤੇ ਸਤਿਗੁਰੂ ਦਾ ਕਥਨ ਹੈ, ਦੁੱਖੀਆਂ ਪੰਡਾਂ ਖੁੱਲੀਆਂ ਸੁੱਖ ਨਾ ਨਿਕਲਿਓ ਕੋਏ। ਜਦੋਂ ਅਸੀਂ
ਲੋਕਾਂ ਦੇ ਨਾਲ ਦੁੱਖ ਸੁੱਖ ਸਾਂਝਾ ਕਰਦੇ ਹਾਂ, ਉਹ ਆਪਣੇ ਦੁੱਖ ਦੱਸਣ ਲੱਗ ਜਾਂਦੇ ਨੇ। ਨਾਨਕ ਦੁਖੀਆ ਸਭ ਸੰਸਾਰ, ਕੋਈ ਨਾ ਕੋਈ ਦੁੱਖ ਤੇ ਹਰ ਇੱਕ ਨੂੰ ਹੈ। ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿਤ ਉਦਾਸ, ਥੋੜੇ ਥੋੜੇ ਸਭ ਦੁਖੀ ਸੁਖੀ ਹਰੀ ਕੇ ਦਾਸ। ਪਰ ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਦਿਲ ਦੀ ਪੀੜਾ ਨੂੰ ਸੁਣਦਾ। ਇਸ ਲਈ ਸਾਨੂੰ ਉਹਦੇ ਚਰਨਾਂ ਦੇ ਵਿੱਚ ਹੀ ਅਰਦਾਸਾਂ ਬੇਨਤੀਆਂ ਕਰਨੀਆਂ ਚਾਹੀਦੀਆਂ ਹਨ। ਮਰਨ ਜੀਵਨ ਆਰਾਧਨਾ ਸਭਨਾ ਕਾ ਆਧਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮਰਨ ਦੇ ਸਮੇਂ ਵੀ ਤੇ ਜੀਵਨ ਕਾਲ ਦੇ ਅੰਦਰ ਵੀ ਆਰਾਧਨਾ, ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਆਰਾਧਨਾ ਚਾਹੀਦਾ ਹੈ। ਸਭਨਾ ਕਾ ਆਧਾਰ, ਤੇ ਉਹ ਅਕਾਲ ਪੁਰਖ ਵਾਹਿਗੁਰੂ ਭਾਈ ਸਾਰੇ ਜੀਵ ਜਨਤਾ ਦਾ ਆਸਰਾ ਹੈ। ਸਸੁਰੈ ਪਈਐ ਤਿਸ ਕੰਤ ਕੀ ਵੱਡਾ ਜਿਸ ਪਰਵਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੀ ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰਦੀ ਹੈ ਗੁਰਮੁਖ ਰੂਹ, ਸਸੁਰੈ ਪਈਐ ਤਿਸ ਕੰਤ ਕੀ, ਚਾਹੇ ਉਹ ਸਹੁਰੇ ਘਰ ਦੇ ਵਿੱਚ ਰਹਿੰਦੀ ਹੈ ਤੇ ਚਾਹੇ ਪਈਐ ਪੇਕੇ ਘਰ ਦੇ ਵਿੱਚ ਰਹਿੰਦੀ ਹੈ, ਪਰ ਉਸ ਕੰਤ ਪਤੀ ਪਰਮੇਸ਼ਰ ਦੀ ਪਿਆਰੀ ਬਣ ਜਾਂਦੀ ਹੈ। ਵੱਡਾ ਜਿਸ ਪਰਿਵਾਰ, ਜਿਸ ਦਾ ਬਹੁਤ ਵੱਡਾ ਪਰਿਵਾਰ ਹੈ, ਭਾਵ ਜਿਤਨੇ ਵੀ ਜੀਵ ਜੰਤ ਨੇ ਸਾਰਿਆਂ ਦਾ ਸਾਂਝਾ ਪਿਤਾ ਅਕਾਲ ਪੁਰਖ ਹੈ। ਸਾਰੇ ਮਨੁੱਖ ਉਸ ਵਾਹਿਗੁਰੂ ਦੇ ਪੁੱਤਰ ਨੇ। ਇਹ ਸਾਰਾ ਸੰਸਾਰ ਹੀ ਉਸ ਦਾ ਵੱਡਾ ਪਰਿਵਾਰ ਹੈ। ਅਥਵਾ ਜਿਤਨੇ ਵੀ ਸੰਤ ਮਹਾਂਪੁਰਖ ਨੇ, ਉਸ ਵਾਹਿਗੁਰੂ ਪਰਮੇਸ਼ਰ ਦਾ ਵੱਡਾ ਪਰਿਵਾਰ ਹੈ। ਤੇ ਜਿਹੜੇ ਮਹਾਂਪੁਰਖ ਨੇ ਉਹ ਲਾਡਲੇ ਸਪੂਤ ਨੇ। ਇਸ ਲਈ ਸਾਨੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜਨਾ ਚਾਹੀਦਾ ਹੈ। ਉੱਚਾ ਅਗਮ ਅਗਾਧ ਬੋਧ ਕਿਛ ਅੰਤ ਨ ਪਾਰਾਵਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਵਾਹਿਗੁਰੂ ਬਹੁਤ ਉੱਚਾ ਹੈ, ਅਗਮ ਮਨ ਦੀ ਗਮਤਾ ਤੋਂ ਪਰੇ, ਤੇ ਅਗਾਧ ਬੋਧ ਬੁੱਧੀ ਦੇ ਬੋਧ ਤੋਂ ਵੀ ਬਹੁਤ ਡੂੰਘਾ ਹੈ। ਕਿਛ ਅੰਤ ਨਾ ਪਾਰਾਵਾਰ, ਉਸ ਵਾਹਿਗੁਰੂ ਪਰਮੇਸ਼ਰ ਦੇ ਉਰਵਾਰ ਪਾਰ ਦਾ ਕੋਈ ਅੰਤ ਨਹੀਂ ਜਾਣ ਸਕਦਾ। ਪਾਰਾਵਾਰ ਦਾ ਅਰਥ ਹੁੰਦਾ ਹੈ ਉਰਵਾਰ ਪਾਰ। ਜਿਵੇਂ ਸਮੁੰਦਰ ਦਾ ਇੱਕ ਉਰਲਾ ਕਿਨਾਰਾ ਹੁੰਦਾ, ਇੱਕ ਪਰਲਾ ਕਿਨਾਰਾ ਹੁੰਦਾ ਹੈ, ਉਸ ਨੂੰ ਪਾਰਾਵਾਰ ਕਹਿੰਦੇ ਨੇ। ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਦੇ ਉਰਵਾਰ ਪਾਰ ਦਾ ਪਤਾ ਨਹੀਂ ਲੱਗਦਾ। ਕੋਈ ਇਹ ਨਹੀਂ ਦੱਸ ਸਕਦਾ ਵੀ ਵਾਹਿਗੁਰੂ ਇੱਥੋਂ ਸ਼ੁਰੂ ਹੁੰਦਾ ਹੈ ਤੇ ਇੱਥੇ ਜਾ ਕੇ ਸਮਾਪਤ ਹੋ ਜਾਂਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਜਿਸ ਵਾਹਿਗੁਰੂ ਦੇ ਉਰਵਾਰ ਪਾਰ ਦਾ ਕੋਈ ਅੰਤ ਨਹੀਂ ਜਾਣ ਸਕਦਾ, ਵੀ ਸਾਨੂੰ ਉਸ ਵਾਹਿਗੁਰੂ ਦੇ ਹੀ ਨਾਲ ਜੁੜਨਾ ਚਾਹੀਦਾ ਹੈ। ਸੇਵਾ ਸਾਤਿਸ ਭਾਵ ਸੀ ਸੰਤਾਂ ਕੀ ਹੋਏ ਛਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸੇਵਾ ਕੀਤੀ ਹੋਈ ਵੀ ਉਹ ਉਸ ਨੂੰ ਭਾਵਸੀ ਦਾ ਅਰਥ ਹੈ ਭਾਵੇਗੀ। ਸੰਤਾਂ ਕੀ ਹੋਏ ਛਾਰ, ਜਿਹੜੀ ਸੰਤਾਂ ਦੀ ਛਾਰ, ਸੰਤਾਂ ਦੇ ਚਰਨਾਂ ਦੀ ਧੂੜ ਬਣ ਕੇ ਕੀਤੀ ਜਾਵੇ। ਇਹਦਾ ਮਤਲਬ ਆਪਾ ਭਾਵ ਹੰਕਾਰ ਛੱਡ ਕੇ ਨਿਰਮਾਣ ਤੇ ਨਿਸ਼ਕਾਮ ਹੋ ਕੇ ਜਦੋਂ ਅਸੀਂ ਸੇਵਾ ਕਰਾਂਗੇ, ਉਹ ਸੇਵਾ ਵਾਹਿਗੁਰੂ ਦੇ ਦਰ ਕਬੂਲ ਹੁੰਦੀ ਹੈ। ਦੀਨਾਨਾਥ ਦਇਆਲ ਦੇਵ ਪਤਿਤ ਉਦਾਹਰਣ ਹਾਰ। ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਹੋ ਰਹੀ ਹੈ। ਉਹ ਵਾਹਿਗੁਰੂ ਦੀਨਾਨਾਥ, ਦੀਨਾ ਦਾ ਅਰਥ ਹੈ ਜਿਹੜੇ ਗਰੀਬ ਨੇ, ਆਜਿਜ਼ ਨੇ, ਉਹਨਾਂ ਦਾ ਵੀ ਨਾਥ ਸੁਆਮੀ ਹੈ, ਅਨਾਥਾਂ ਦਾ ਵੀ ਨਾਥ ਹੈ। ਦਇਆਲ ਦੇਵ, ਤੇ ਫਿਰ ਉਹ ਦਇਆ ਦਾ ਘਰ ਹੈ, ਦੇਵ ਪ੍ਰਕਾਸ਼ ਰੂਪ ਹੈ। ਪਤ ਤੇ ਉਦਾਹਰਣ ਹਾਰ, ਤੇ ਵੱਡੇ ਵੱਡੇ ਅਜਾਮਲ ਵਰਗੇ, ਗਨਕਾ ਵਰਗੇ, ਬਾਲਮੀਕ ਵਰਗੇ ਵੱਡੇ ਵੱਡੇ ਪਾਪੀਆਂ ਨੂੰ ਵੀ ਉਦਾਹਰਣ ਵਾਲਾ ਹੈ। ਆਦ ਜੁਗਾਦੀ ਰਖਦਾ ਸਚ ਨਾਮ ਕਰਤਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਵਾਹਿਗੁਰੂ ਪਰਮੇਸ਼ਰ ਦਾ ਸੱਚਾ ਨਾਮ ਹੈ ਸਚ ਨਾਮ ਕਰਤਾਰ। ਵੀ ਉਸ ਵਾਹਿਗੁਰੂ ਪਰਮੇਸ਼ਰ ਦਾ ਸੱਚਾ ਨਾਮ ਹੈ। ਆਦ ਜੁਗਾਦੀ ਰੱਖਦਾ, ਉਹ ਆਦ ਜੁਗਾਦੀ ਦਾ ਅਰਥ ਹੈ ਸਦਾ ਸਦਾ। ਭਾਵ ਜਦੋਂ ਸੰਸਾਰ ਬਣਿਆ ਉਸ ਤੋਂ ਪਹਿਲਾਂ ਵੀ ਤੇ ਜਿਤਨਾ ਚਿਰ ਤੱਕ ਸੰਸਾਰ ਰਹੇਗਾ। ਆਦ ਜੁਗਾਦ ਦਾ ਅਰਥ ਵੀ ਸਦਾ ਸਦਾ ਉਹ ਵਾਹਿਗੁਰੂ ਪਰਮੇਸ਼ਰ ਆਪਣੇ ਭਗਤਾਂ ਦੀ ਰੱਖਿਆ ਕਰਦਾ ਹੈ, ਪੈਜ ਰੱਖਦਾ ਹੈ
ਤੇ ਸੱਚ ਨਾਮ ਕਰਤਾਰ ਉਸ ਵਾਹਿਗੁਰੂ ਦਾ ਪਾਈ ਨਾਮ ਵੀ ਸੱਚਾ ਹੈ ਤੇ ਕਰਤਾਰ ਉਹ ਸਾਰੀ ਸ੍ਰਿਸ਼ਟੀ ਨੂੰ ਰਚਣ ਵਾਲਾ ਹੈ। ਕੀਮਤ ਕੋਇ ਨ ਜਾਣਈ ਕੋ ਨਾਹੀ ਤੋਲਣ ਹਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਸ ਵਾਹਿਗੁਰੂ ਪਰਮੇਸ਼ਰ ਦੀ ਕੀਮਤ ਨੂੰ ਕੋਈ ਵੀ ਨਹੀਂ ਜਾਣ ਸਕਦਾ ਤੇ ਨਾ ਹੀ ਕੋਈ ਭਾਈ ਉਸ ਨੂੰ ਤੋਲਣ ਵਾਲਾ ਹੈ। ਇਹਦਾ ਮਤਲਬ ਇਹ ਹੈ ਕੁਝ ਚੀਜ਼ਾਂ ਐਸੀਆਂ ਹੁੰਦੀਆਂ ਨੇ ਜਿਨ੍ਹਾਂ ਦੀ ਕੀਮਤ ਪਾਈ ਜਾਂਦੀ ਹੈ, ਕੁਝ ਐਸੀਆਂ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਤੋਲ ਕੇ ਉਹਨਾਂ ਦੀ ਕੀਮਤ ਅਦਾ ਕੀਤੀ ਜਾਂਦੀ ਹੈ। ਜਿਵੇਂ ਆਮ ਤੌਰ ਤੇ ਆਪਾਂ ਕਈ ਸੌਦੇ ਤੋਲ ਕੇ ਲੈਂਦੇ ਹਾਂ ਤੇ ਕਈਆਂ ਤੇ ਵੈਸੇ ਪ੍ਰਾਈਸ ਲਿਖੀ ਹੁੰਦੀ ਹੈ ਵੀ ਇਹਦਾ ਆਹ ਮੁੱਲ ਹੈ, ਤੁਸੀਂ ਲੈ ਲਵੋ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕੀਮਤ ਕੋਈ ਨਾ ਜਾਣੇ। ਉਸ ਵਾਹਿਗੁਰੂ ਪਰਮੇਸ਼ਰ ਦੀ ਕੋਈ ਕੀਮਤ ਵੀ ਨਹੀਂ ਜਾਣ ਸਕਦਾ। ਕੋਈ ਇਹ ਨਹੀਂ ਦੱਸ ਸਕਦਾ ਵੀ ਤੁਸੀਂ ਆਹ ਸਾਧਨ ਕਰ ਲਵੋ, ਇਹਦੇ ਨਾਲ ਤੁਹਾਨੂੰ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਵੇਗੀ। ਇਹ ਉਸ ਵਾਹਿਗੁਰੂ ਦੀ ਕੀਮਤ ਨਹੀਂ ਕੋਈ ਪਾ ਸਕਦਾ। ਕੋ ਨਾ ਹੀ ਤੋਲਣਹਾਰ ਤੇ ਨਾ ਹੀ ਪਾਈ ਕੋਈ ਉਸ ਨੂੰ ਤੋਲਣ ਵਾਲਾ ਹੈ। ਭਾਵ ਨਾ ਤੇ ਕਿਸੇ ਕੋਲ ਐਸੀ ਬੁੱਧੀ ਰੂਪ ਤਕੜੀ ਹੈ ਤੇ ਸ਼ਾਸਤਰ ਪ੍ਰਮਾਣ ਰੂਪ ਵਟਾ ਹੈ ਜਿਹਦੇ ਨਾਲ ਉਸ ਵਾਹਿਗੁਰੂ ਪਰਮੇਸ਼ਰ ਨੂੰ ਤੋਲਿਆ ਜਾ ਸਕੇ। ਮਨ ਤਨ ਅੰਤਰ ਵਸ ਰਹੇ ਨਾਨਕ ਨਹੀਂ ਸੁਮਾਰ। ਤੇ ਫਿਰ ਮਹਾਰਾਜ ਸਾਨੂੰ ਇਹ ਤਾਂ ਦੱਸੋ ਉਹ ਅਕਾਲ ਪੁਰਖ ਵਾਹਿਗੁਰੂ ਜੀ ਹੈ ਕਿੱਥੇ? ਤਾਂ ਹਜ਼ੂਰ ਇਸ ਦਾ ਜਵਾਬ ਦਿੰਦੇ ਹਨ, ਮਨ ਤਨ ਅੰਤਰ ਵਸ ਰਹੇ। ਉਹ ਅਕਾਲ ਪੁਰਖ ਵਾਹਿਗੁਰੂ ਜੀ ਸਾਡੇ ਮਨ ਅੰਦਰ ਵੀ ਤੇ ਤਨ ਅੰਦਰ ਵੀ ਵਸ ਰਹੇ ਹਨ। ਨਾਨਕ ਨਹੀਂ ਸੁਮਾਰ। ਸਤਿਗੁਰੂ ਫਰਮਾਉਂਦੇ ਹਨ ਵੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਕੋਈ ਸ਼ੁਮਾਰ ਨਹੀਂ, ਕੋਈ ਲੇਖਾ ਨਹੀਂ, ਕੋਈ ਹਿਸਾਬ ਕਿਤਾਬ ਨਹੀਂ ਕਰ ਸਕਦਾ। ਦਿਨ ਰਹਿਣ ਜੇ ਪ੍ਰਭ ਕੋ ਸੇਵੰਦੇ ਤਿਨ ਕੈ ਸਦ ਬਲਿਹਾਰ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਗੁਰਮੁਖ ਪਿਆਰੇ ਦਿਨ ਰਾਤ ਉਸ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕਰਦੇ ਹਨ, ਤਿਨ ਕੈ ਸਦ ਬਲਿਹਾਰ, ਮੈਂ ਉਹਨਾਂ ਤੋਂ ਬਲਿਹਾਰ ਜਾਣਾ ਹਾਂ। ਜਿਵੇਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਹੋਰ ਥਾਂ ਤੇ ਬਚਨ ਨੇ, ਜਿਨ ਜਪਿਆ ਤਿਸ ਕੋ ਬਲਿਹਾਰ, ਤਿਸ ਕੈ ਸੰਗ ਤਰੈ ਸੰਸਾਰ, ਕਹੋ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਬਾਂਸ਼ੋ ਧੂਰ। ਨਾਮ ਜਪਣ ਵਾਲਿਆਂ ਦਾ ਗੁਰੂ ਘਰ ਵਿੱਚ ਬੜਾ ਸਤਿਕਾਰ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਵੀ ਪਵਿੱਤਰ ਬਚਨ ਹਨ, ਹਾਉ ਕੁਰਬਾਨੈ ਜਾਉ ਮਿਹਰਵਾਨਾ, ਹਾਉ ਕੁਰਬਾਨੈ ਜਾਉ, ਹਾਉ ਕੁਰਬਾਨੈ ਜਾਉ ਤਿਨਾ ਕੈ, ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕੈ, ਹਾਉ ਸਦ ਕੁਰਬਾਨੈ ਜਾਉ। ਤੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਨ ਨਾਨਕ ਤੋੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਹਜ਼ੂਰ ਕਹਿੰਦੇ ਜਿਹੜੇ ਦਿਨ ਰਾਤ ਵਾਹਿਗੁਰੂ ਦੀ ਸੇਵਾ ਕਰਦੇ ਹਨ, ਸਿਮਰਨ ਕਰਦੇ ਹਨ, ਤੇ ਅਸੀਂ ਉਹਨਾਂ ਤੋਂ ਬਲਿਹਾਰ ਜਾਣੇ ਹਾਂ। ਸੰਤ ਆਰਾਧਨ ਸਦ ਸਦਾ ਸਭਨਾ ਕਾ ਬਖਸ਼ਿੰਦ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਵਾਹਿਗੁਰੂ ਦੇ ਪਿਆਰੇ ਸੰਤ ਮਹਾਂਪੁਰਖ ਨੇ, ਉਹ ਸਦਾ ਸਦਾ ਹਮੇਸ਼ਾ ਹਮੇਸ਼ਾ ਦਿਨ ਰਾਤ ਇੱਕ ਰਾਸ ਵਾਹਿਗੁਰੂ ਨੂੰ ਆਰਾਧਦੇ ਨੇ। ਕਿਉਂ? ਸਭਨਾ ਕਾ ਬਖਸ਼ਿੰਦ, ਉਹ ਵਾਹਿਗੁਰੂ ਭਾਈ ਸਾਰਿਆਂ ਨੂੰ ਹੀ ਦਾਤਾਂ ਬਖਸ਼ਣ ਵਾਲਾ ਹੈ। ਜੀਉ ਪਿੰਡ ਜਿਨ ਸਾਜਿਆ ਕਰ ਕਿਰਪਾ ਦਿੱਤੀ ਨ ਜਿੰਦ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਦੇਖੋ ਉਸ ਵਾਹਿਗੁਰੂ ਪਰਮੇਸ਼ਰ ਨੇ ਜੀਓ ਪਿੰਡ ਜਿਨ ਸਾਜਿਆ। ਜੀਓ ਦਾ ਅਰਥ ਹੈ ਜਿੰਦ ਜਾਨ ਤੇ ਪਿੰਡ ਦਾ ਅਰਥ ਹੈ ਸਰੀਰ। ਇਹ ਸਾਡੀ ਜਿੰਦ ਵੀ ਤੇ ਸਾਡਾ ਸਰੀਰ ਵੀ ਜਿਸ ਵਾਹਿਗੁਰੂ ਪਰਮੇਸ਼ਰ ਨੇ ਸਾਜਿਆ ਹੈ। ਕਰ ਕਿਰਪਾ ਦਿੱਤੀਨ ਜਿੰਦ, ਤੇ ਫਿਰ ਨਾਲ ਹੀ ਕਿਰਪਾ ਕਰਕੇ ਸਤਿਗੁਰੂ ਨੇ, ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਜਿੰਦ ਦਾ ਅਰਥ ਹੈ ਜਿੰਦ ਜਾਨ ਵੀ ਦਿੱਤੀ ਹੈ। ਜੀਓ ਦਾ ਅਰਥ ਹੋ ਗਿਆ ਸੂਖਸ਼ਮ ਸਰੀਰ ਤੇ ਪਿੰਡ ਦਾ ਅਰਥ ਹੋ ਗਿਆ ਸੂਲ ਸਰੀਰ, ਤੇ ਜਿੰਦ ਜਿਹੜੀ ਜਾਨ ਹੈ, ਪ੍ਰਾਣ ਕਲਾ ਹੈ, ਇਹ ਵੀ ਉਸ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਦਿੱਤੀ ਹੈ। ਗੁਰ ਸ਼ਬਦੀ ਆਰਾਧੀਐ
ਜਪੀਐ ਨਿਰਮਲ ਮੰਤ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਤਰੀਕਾ ਦੱਸਦੇ ਨੇ ਵੀ ਸਿਮਰਨ ਕਿਵੇਂ ਕਰਨਾ ਹੈ। ਹਜ਼ੂਰ ਕਹਿੰਦੇ ਗੁਰ ਸ਼ਬਦੀ ਆਰਾਧੀਐ, ਬਈ ਗੁਰ ਉਪਦੇਸ਼ ਰਾਹੀਂ, ਭਾਵ ਜਿਵੇਂ ਗੁਰੂ ਮਹਾਰਾਜ ਸਾਨੂੰ ਆਗਿਆ ਕਰਦੇ ਨੇ ਗੁਰਬਾਣੀ ਦੁਆਰਾ, ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ। ਹਜ਼ੂਰ ਕਹਿੰਦੇ ਨੇ ਗੁਰੂ ਉਪਦੇਸ਼ਾਂ ਰਾਹੀਂ ਵਾਹਿਗੁਰੂ ਨੂੰ ਆਰਾਧੀਐ, ਚੇਤੇ ਕਰਨਾ ਚਾਹੀਦਾ ਹੈ। ਜਪੀਐ ਨਿਰਮਲ ਮੰਤ, ਤੇ ਭਾਈ ਜਿਹੜਾ ਗੁਰੂ ਦਾ ਨਿਰਮਲ ਮੰਤ ਹੈ, ਮੂਲ ਮੰਤਰ ਹੈ, ਗੁਰ ਮੰਤਰ ਹੈ, ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਖੋਈ, ਉਹਨੂੰ ਵੀ ਰਸਨਾ ਤੋਂ ਜਪਣਾ ਚਾਹੀਦਾ ਹੈ। ਕੀਮਤ ਕਹਿਣ ਨਾ ਜਾਈਐ ਪਰਮੇਸ਼ਰ ਬੇਅੰਤ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਬੇਅੰਤ ਹੈ, ਉਹਦੀ ਕੀਮਤ ਕਿਸੇ ਤਰ੍ਹਾਂ ਵੀ ਆਖੀ ਨਹੀਂ ਜਾ ਸਕਦੀ। ਕੋਈ ਇਹ ਨਹੀਂ ਦੱਸ ਸਕਦਾ ਬਈ ਤੁਸੀਂ ਇੰਨਾ ਕੁ ਜਪ ਤਪ ਕਰ ਲਵੋ, ਇੰਨੇ ਕੁ ਸਾਧਨ ਕਰ ਲਵੋ, ਇਹਦੇ ਨਾਲ ਤੁਹਾਨੂੰ ਰੱਬ ਮਿਲ ਜਾਵੇਗਾ। ਇਸ ਤਰ੍ਹਾਂ ਦੀ ਕੋਈ ਕੀਮਤ ਨਹੀਂ ਉਸਦੀ ਦੱਸ ਸਕਦਾ। ਜਿਸ ਮਨ ਵਸੈ ਨਾਰਾਇਣੋ ਸੋ ਕਹੀਐ ਭਗਵੰਤ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਸਲੀ ਜਿਹੜਾ ਭਗਵੰਤ ਦਾ ਅਰਥ ਹੈ, ਭਾਗਾਂ ਵਾਲਾ ਕੌਣ ਹੈ। ਹਜ਼ੂਰ ਕਹਿੰਦੇ ਜਿਸ ਮਨ ਵਸੈ ਨਾਰਾਇਣੋ, ਜਿਸ ਦੇ ਮਨ ਦੇ ਵਿੱਚ ਉਹ ਨਾਰਾਇਣ ਅਕਾਲ ਪੁਰਖ ਵਾਹਿਗੁਰੂ ਆਪ ਆ ਕੇ ਵਸ ਜਾਂਦਾ ਹੈ, ਸੋ ਕਹੀਐ ਭਗਵੰਤ, ਬਈ ਉਹੀ ਅਸਲੀ ਭਾਗਾਂ ਵਾਲਾ ਆਖੀਦਾ ਹੈ। ਇੱਕ ਥਾਂ ਤੇ ਸਤਿਗੁਰੂ ਦੇ ਬਚਨ ਨੇ, ਭਾਗਠੜੇ ਹਰ ਸੰਤ ਤੁਮਾਰੇ, ਜਿਨ ਕਰ ਤਨ ਹਰ ਨਾਮਾ, ਪ੍ਰਵਾਨ ਗਣੀ ਸੇਈ, ਇਹ ਆਏ ਸਫਲ ਤਿਨਾ ਕੇ ਕੰਮ। ਅਥਵਾ ਦੂਜਾ ਇਹਦਾ ਅਰਥ ਇਹ ਵੀ ਹੈ, ਜਿਸ ਮਨ ਵਸੈ ਨਾਰਾਇਣੋ, ਜਿਸ ਦੇ ਮਨ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਆਪ ਵਸ ਜਾਂਦਾ ਹੈ, ਸੋ ਕਹੀਐ ਭਗਵੰਤ, ਬਈ ਉਹ ਵੀ ਭਗਵੰਤ ਦਾ ਹੀ ਰੂਪ ਆਖੀਦਾ ਹੈ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਇਸ ਤਰ੍ਹਾਂ ਵੀ ਇਹ ਅਰਥ ਮਹਾਂਪੁਰਖ ਕਰਦੇ ਹਨ। ਜੀ ਕੀ ਲੋਚਾ ਪੂਰੀ ਐ ਮਿਲੇ ਸੁਆਮੀ ਕੰਤ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਦੋਂ ਉਹ ਮਿਲੇ ਸੁਆਮੀ ਕੰਤ, ਜਦੋਂ ਦੀਨ ਦੁਨੀਆ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਕੰਤ ਪਤੀ ਪਰਮੇਸ਼ਰ ਦੇ ਰੂਪ ਦੇ ਵਿੱਚ ਮਿਲ ਜਾਂਦਾ ਹੈ, ਜੀ ਕੀ ਲੋਚਾ ਪੂਰੀ ਹੈ, ਫਿਰ ਜਿਹੜੀ ਸਾਡੇ ਜੀ ਦੀ, ਭਾਵ ਸਾਡੇ ਦਿਲ ਦੀ, ਸਾਡੇ ਮਨ ਦੀ ਇੱਛਾ ਹੈ, ਉਹ ਪੂਰੀ ਹੋ ਸਕਦੀ ਹੈ। ਨਾਨਕ ਜੀਵੈ ਜਪ ਹਰੀ ਦੋਖ ਸਭੇ ਹੀ ਹੰਤ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਭਾਈ ਮੈਂ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪ ਜਪ ਕੇ ਜੀ ਰਿਹਾ ਹਾਂ, ਕਿਉਂਕਿ ਵਾਹਿਗੁਰੂ ਪਰਮੇਸ਼ਰ ਦਾ ਨਾਮ ਮੈਨੂੰ ਆਤਮਕ ਜੀਵਨ ਬਖਸ਼ਿਸ਼ ਕਰ ਰਿਹਾ ਹੈ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ, ਐਸੀ ਮੇਰੀ ਇਹ ਮਰਜ਼ਾਦਾ ਬਣੀ ਹੋਈ ਹੈ। ਦੋਖ ਸਭੇ ਹੀ ਹਨ, ਤੇ ਵਾਹਿਗੁਰੂ ਦਾ ਨਾਮ ਸਾਰੇ ਦੋਸ਼ਾਂ ਨੂੰ ਨਾਸ ਕਰਨ ਵਾਲਾ ਹੈ, ਕਿਉਂਕਿ ਵਾਹਿਗੁਰੂ ਦਾ ਨਾਮ ਜਪ ਕੇ ਵੱਡੇ ਵੱਡੇ ਦੋਸ਼ ਤੇ ਵੱਡੇ ਵੱਡੇ ਪਾਪ ਵੀ ਲੈ ਜਾਂਦੇ ਨੇ। ਆ ਦੱਸਦੇ ਨੇ ਜਿਹੜਾ ਦਸ਼ਰਥ ਰਾਜਾ ਸੀ, ਰਾਮਚੰਦਰ ਜੀ ਦਾ ਪਿਤਾ, ਇਹ ਇੱਕ ਵਾਰੀ ਸ਼ਿਕਾਰ ਖੇਡਣ ਵਾਸਤੇ ਗਿਆ, ਤੇ ਉਧਰੋਂ ਜਿਹੜਾ ਉਹ ਸਰਵਣ ਸੀ ਜਿਸਨੇ ਆਪਣੇ ਮਾਤਾ ਪਿਤਾ ਦੀ ਬੇਅੰਤ ਸੇਵਾ ਕੀਤੀ, ਉਹ ਪਾਣੀ ਭਰਨ ਵਾਸਤੇ ਨਦੀ ਦੇ ਕਿਨਾਰੇ ਤੇ ਗਿਆ। ਜਦੋਂ ਉਹ ਪਾਣੀ ਭਰ ਰਿਹਾ ਸੀ ਤੇ ਦਸ਼ਰਥ ਰਾਜੇ ਨੇ ਭੁਲੇਖੇ ਦੇ ਨਾਲ ਵੀ ਸ਼ਾਇਦ ਕੋਈ ਹਰਨ ਪਾਣੀ ਪੀ ਰਿਹਾ, ਉਸ ਨੂੰ ਤੀਰ ਮਾਰ ਦਿੱਤਾ। ਤੇ ਜਦੋਂ ਸਰਵਣ ਸਹਿਕ ਰਿਹਾ ਸੀ ਤਾਂ ਉਸ ਵੇਲੇ ਦਸ਼ਰਥ ਰਾਜੇ ਨੇ ਕੋਲ ਜਾ ਕੇ ਦੇਖਿਆ ਵੀ ਇਹ ਤੇ ਮੇਥੋਂ ਬਹੁਤ ਵੱਡਾ ਪਾਪ ਹੋ ਗਿਆ, ਤੇ ਫਿਰ ਉਸਨੇ ਜਾ ਕੇ ਆਪਣੇ ਇਹਦੇ ਜਿਹੜੇ ਸਰਵਣ ਦੇ ਮਾਤਾ ਪਿਤਾ ਸਨ ਉਹਨਾਂ ਨੂੰ ਜਾ ਕੇ ਦੁਖਦਾਈ ਖਬਰ ਦੱਸੀ। ਕਹਿਣ ਲੱਗਾ ਵੀ ਮੇਰੇ ਪਾਸੋਂ ਬਹੁਤ ਵੱਡਾ ਪਾਪ ਹੋ ਗਿਆ ਹੈ, ਮੈਂ ਤੁਹਾਡੇ ਪੁੱਤਰ ਨੂੰ ਤੀਰ ਮਾਰ ਬੈਠਾ ਹਾਂ ਔਰ ਉਹ ਹੁਣ ਮਰਨ ਕਿਨਾਰੇ ਹੈ, ਸ਼ਾਇਦ ਮਰ ਹੀ ਗਿਆ ਹੋਵੇ। ਇੰਨੀ ਗੱਲ ਸੁਣ ਕੇ ਉਹਨਾਂ ਨੇ ਆਖਿਆ ਵੀ ਹੁਣ ਅਸੀਂ ਵੀ ਜਿਉਂ ਕੇ ਕੀ ਲੈਣਾ, ਔਰ ਉਹਨਾਂ ਨੇ ਵੀ ਜਿਉਂਦੇ ਜੀ ਚਿਖਾ ਬਣਾ ਕੇ ਆਤਮਦਾਹ ਕਰ ਲਿਆ। ਤੇ ਦਸ਼ਰਥ ਰਾਜੇ ਦੇ ਮਨ ਨੂੰ ਬੜੀ ਠੋਕਰ ਲੱਗੀ, ਕਹਿੰਦਾ ਇਹ ਤੇ 3 ਹੱਤਿਆ ਦਾ ਦੋਸ਼ ਮੇਰੇ ਸਿਰ ਚੜ ਗਿਆ,
ਇੱਕ ਸਰਵਣ ਵਰਗਾ ਮਹਾਨ ਧਰਮੀ ਸਪੂਤ ਮੇਰੇ ਹੱਥੋਂ ਮਾਰਿਆ ਗਿਆ ਤੇ ਦੂਸਰੇ ਉਹਦੇ ਮਾਤਾ ਪਿਤਾ ਅੰਧਲਾ ਤੇ ਅੰਧਲੀ ਉਹ ਦੋਵੇਂ ਮੇਰੇ ਕਾਰਨ ਆਤਮਦਾ ਕਰ ਗਏ ਨੇ। ਹੁਣ ਮੇਰਾ ਪਾਪ ਕਿਵੇਂ ਲਵੇਗਾ? ਆਖਿਰ ਇਹ ਵੀ ਚਿਖਾ ਬਣਾ ਕੇ ਸੜਨ ਲੱਗਿਆ। ਤਾਂ ਇਸ ਨੂੰ ਆਕਾਸ਼ਬਾਣੀ ਹੋਈ, ਕਹਿਣ ਲੱਗੇ, ਦਸ਼ਰਥ ਤੂੰ ਐਵੇਂ ਆਪਣੀ ਜਾਨ ਨਾ ਗੁਆ। ਹਾਂ, ਵਾਹਿਗੁਰੂ ਦਾ ਨਾਮ ਹੈ ਜਿਹੜਾ ਸਾਰੇ ਪਾਪਾਂ ਨੂੰ ਦੋਸ਼ਾਂ ਨੂੰ ਨਾਸ਼ ਕਰ ਸਕਦਾ ਹੈ। ਤੂੰ ਵਾਹਿਗੁਰੂ ਦਾ ਨਾਮ ਜਪ। ਤਾਂ ਉਸ ਵੇਲੇ ਇਹਨੇ ਬੇਨਤੀ ਕੀਤੀ, ਕਹਿਣ ਲੱਗਾ, ਮੈਂ ਤੇ ਪਾਪੀ ਹਾਂ, ਮੈਂ ਕਿਵੇਂ ਨਾਮ ਜਪ ਸਕਦਾ ਹਾਂ? ਤਾਂ ਆਕਾਸ਼ਬਾਣੀ ਹੋਈ, ਤੇਰੇ ਘਰ ਦੇ ਵਿੱਚ ਵਿਸ਼ਨੂੰ ਜੀ ਨੇ ਅਵਤਾਰ ਧਾਰਨ ਕਰਨਾ, ਤੇਰੇ ਘਰੇ ਰਾਮਚੰਦਰ ਜੀ ਨੇ ਪ੍ਰਗਟ ਹੋਣਾ। ਤੂੰ ਆਪਣੇ ਪੁੱਤਰ ਦਾ ਨਾਮ ਹੀ ਰਾਮ ਰੱਖ ਲਵੀਂ ਤੇ ਜਦੋਂ ਪੁੱਤਰ ਦੇ ਬਹਾਨੇ ਰਾਮ ਰਾਮ ਜਪੇਗਾ, ਰਾਮ ਪਰਮੇਸ਼ਰ ਦਾ ਵੀ ਨਾਮ ਹੈ ਨਾ, ਅਸਲੀ ਤੇ ਰਾਮ ਪਰਮੇਸ਼ਰ ਦਾ ਹੀ ਨਾਮ ਹੈ। ਬਾਕੀ ਤੇ ਆਪਣੇ ਮਰਜ਼ੀ ਨਾਲ ਹੀ, ਜਿਵੇਂ ਆਪਣੇ ਵੀ ਕੋਈ ਨਾਨਕ ਕੋਈ ਹੋਰ ਨਾਮ ਰੱਖ ਲੈਂਦੇ ਨੇ, ਇਸੇ ਤਰ੍ਹਾਂ ਨਾਮ ਰੱਖੇ ਹੋਏ ਨੇ। ਤੇ ਦਸ਼ਰਥ ਰਾਜੇ ਨੇ ਫਿਰ ਜਦੋਂ ਆਪਣੇ ਪੁੱਤਰ ਦਾ ਨਾਮ ਰਾਮ ਰੱਖਿਆ ਤੇ ਕਹਿੰਦੇ ਨੇ ਫਿਰ ਉਹ ਰਾਮ ਰਾਮ ਜਪਦਿਆਂ ਹੋਇਆਂ ਇਹਦੇ ਸਾਰੇ ਦੋਸ਼ ਲੈ ਗਏ, ਸਾਰੀਆਂ ਹੱਤਿਆ ਦੂਰ ਹੋ ਗਈਆਂ। ਪਰ ਇੱਕ ਬਚਨ ਉਹ ਪੂਰਾ ਕਰਨਾ ਪਿਆ। ਉਹ ਕੀ ਸੀ? ਇਹ ਜਿਹੜੇ ਅੰਧਲਾ ਤੇ ਅੰਧਲੀ ਸਰਵਣ ਦੇ ਮਾਤਾ ਪਿਤਾ ਸਨ, ਇਹਨਾਂ ਨੇ ਇਹ ਗੱਲ ਆਖੀ ਸੀ, ਜਿਵੇਂ ਅਸੀਂ ਪੁੱਤਰ ਦੇ ਵਿਛੋੜੇ ਵਿੱਚ ਪ੍ਰਾਣ ਤਿਆਗ ਰਹੇ ਹਾਂ ਤੇ ਤੂੰ ਵੀ ਆਪਣੇ ਪੁੱਤਰ ਦੇ ਵਿਛੋੜੇ ਦੇ ਵਿੱਚ ਹੀ ਜਾਨ ਦੇਵੇਂਗਾ। ਇੰਨੇ ਬਚਨ ਕਹਿ ਦਿੱਤੇ, ਉਹ ਆਖਰ ਪੂਰੇ ਹੋਏ। ਜਦੋਂ ਰਾਮਚੰਦਰ ਜੀ ਬਣੋਵਾਸ ਲਈ ਗਏ ਤੇ ਦਸ਼ਰਥ ਪਿਤਾ ਨੇ ਬੜਾ ਯਤਨ ਕੀਤਾ ਰੋਕਣ ਦਾ, ਪਰ ਉਹ ਕਹਿਣ ਲੱਗੇ, ਮੈਂ ਧਰਮ ਪੁੱਤਰ ਹਾਂ, ਇਸ ਲਈ ਮੈਂ ਆਪਣੇ ਬਚਨ ਪੂਰੇ ਕਰਨਾ ਚਾਹੁੰਦਾ ਹਾਂ। ਇਸ ਲਈ ਤੁਸੀਂ ਫਿਕਰ ਨਾ ਕਰੋ, ਅਸੀਂ ਬਣੋਵਾਸ ਕੱਟ ਕੇ 14 ਸਾਲ ਫਿਰ ਵਾਪਸ ਆ ਜਾਵਾਂਗੇ। ਦਸ਼ਰਥ ਰਾਜੇ ਦਾ ਰਾਮਚੰਦਰ ਜੀ ਨਾਲ ਬੜਾ ਪ੍ਰੇਮ ਸੀ। ਦੱਸਦੇ ਨੇ ਜਿੰਨਾ ਚਿਰ ਤੱਕ ਰਾਮਚੰਦਰ ਜੀ ਦਰਸ਼ਨ ਦਿੰਦੇ ਰਹੇ, ਬਣੋਵਾਸ ਨੂੰ ਜਾ ਰਹੇ ਸਨ, ਤੇ ਉਹ ਅਟਾਰੀ ਤੇ ਚੜ੍ਹ ਕੇ ਵੇਖਦਾ ਰਿਹਾ। ਤੇ ਜਦੋਂ ਦੂਰ ਚਲੇ ਗਏ, ਦਿਸਣੋਂ ਹਟ ਕੇ, ਉਸ ਵੇਲੇ ਚੱਕਰ ਆਇਆ ਤੇ ਉਥੋਂ ਅਟਾਰੀ ਤੋਂ ਹੇਠਾਂ ਡਿੱਗੇ ਦਸ਼ਰਥ ਰਾਜੇ ਦੀ ਮੌਤ ਹੋ ਗਈ ਸੀ। ਆਪਾਂ ਤੇ ਸਿਰਫ ਇੰਨਾ ਹੀ ਲੈਣਾ ਵੀ ਵਾਹਿਗੁਰੂ ਦਾ ਨਾਮ ਐਸਾ ਹੈ ਜਿਹੜਾ ਸਾਰੇ ਦੋਸ਼ਾਂ ਨੂੰ ਪਾਪਾਂ ਨੂੰ ਨਾਸ਼ ਕਰ ਦਿੰਦਾ ਹੈ।